ਪਹਿਲੀ ਗੱਲ ਤਾਂ ਉਹ ਅਰੈਸਟ ਹੋਇਆ ਹੀ ਨਹੀਂ ਹੈ, ਉਹਨੂੰ ਸਿਰਫ ਡਿਟੇਨ ਕੀਤਾ ਗਿਆ। ਹੁਣ ਡਿਟੇਨ ਤੇ ਅਰੈਸਟ ਦੇ ਵਿੱਚ ਟੈਕਨੀਕਲੀ ਲੀਗਲੀ ਬਹੁਤ ਵੱਡਾ ਡਿਫਰੈਂਸ ਹੈ। ਬਲਕੌਰ ਸਿੰਘ ਹੋਰਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਖਦਸ਼ਾ ਹੈ ਵੀ ਜੇ ਕਾਗਜ਼ੀ ਕਾਰਵਾਈ ਕਮਜ਼ੋਰ ਰਹਿ ਗਈ ਤਾਂ ਫਿਰ ਬਾਅਦ ਚ ਇਕੱਲੇ ਢੋਲ ਪਿੱਟਣ ਨਾਲ ਕੁਝ ਨਹੀਂ ਬਣਨਾ। ਤੁਹਾਨੂੰ ਤਾਂ ਪਤਾ ਚੱਲਦਾ ਪਿਆ 2/12 ਨੂੰ ਤੇ ਬੰਦਾ ਉੱਥੇ ਡਿਟੇਨ ਕੀਤਾ ਹੋਇਆ 20/11 ਦਾ। 12 ਦਿਨਾਂ ਬਾਅਦ ਤਾਂ ਤੁਹਾਨੂੰ ਪਤਾ ਚੱਲਦਾ ਪਿਆ ਕਿ ਵੀ ਉਹ ਬੰਦਾ ਉੱਥੇ ਅਮਰੀਕਨ ਕੈਲੀਫੋਰਨੀਆ ਦੇ ਵਿੱਚ ਜਾਂ ਫ੍ਰੈਸਨੋ ਨੇ ਉਹਨੇ ਡਿਟੇਨ ਕਰ ਲਿਆ। ਇਟ ਮੀਨਸ ਕਿ ਤੁਹਾਡਾ ਕੋਈ ਉਹਦੇ 'ਚ ਰੋਲ ਹੀ ਨਹੀਂ ਹੈ। ਇੰਡੀਆ ਗਵਰਨਮੈਂਟ ਦਾ ਕਿੰਨਾ ਵੱਡਾ ਰੋਲ ਰਹੂਗਾ ਅਮਰੀਕਾ ਚੋਂ ਗੋਲਡੀ ਬਰਾੜ ਨੂੰ ਜੇ ਚੱਕ ਕੇ ਲਿਆਉਣਾ ਜਾਂ ਕਹੀਏ ਕਿ ਸਤਿੰਦਰਜੀਤ ਸਿੰਘ ਨੂੰ ਲੈ ਕੇ ਆਉਣਾ? ਡਿਟੇਨ ਦਾ ਮਤਲਬ ਉਹਨੂੰ ਕੁਐਸਚਨਿੰਗ ਕੀਤੀ ਜਾ ਰਹੀ ਹੈ, ਇਹ ਅਸਰਟਨ ਕੀਤਾ ਜਾ ਰਿਹਾ ਹੈ ਕਿ ਇਹ ਉਹੀ ਬੰਦਾ ਜਿਸ ਬੰਦੇ ਨੇ ਗੋਲਡੀ ਬਰਾੜ ਨਾਮ ਦੇ ਬੰਦੇ ਨੇ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਚੱਕੀ ਕਿ ਮੈਂ ਮਰਡਰ ਕੀਤਾ ਜਾਂ ਕਰਵਾਇਆ। ਇਹ ਚੀਜ਼ਾਂ USA ਦੇ ਵਿੱਚ ਜਿੱਥੇ ਇਸ ਕਥਿਤ ਮੁੰਡੇ ਨੂੰ ਅਰੈਸਟ ਕੀਤਾ ਗਿਆ ਹੈ, ਜਿਹੜਾ ਡਿਟੇਨ ਕੀਤਾ ਗਿਆ ਹੈ ਗੋਲਡੀ ਬਰਾੜ, ਉਹਦੇ ਵਾਸਤੇ ਤੁਹਾਨੂੰ ਸਫੀਸ਼ੀਐਂਟ ਡਾਕੂਮੈਂਟਰੀ ਐਵੀਡੈਂਸ ਉੱਥੋਂ ਦੀ ਐਕਸਟ੍ਰੀਡਿਟੀ ਕੋਰਟ ਦੇ ਵਿੱਚ ਰੱਖਣਾ ਪਏਗਾ। ਇਹ ਵਾਲਾ ਕੰਮ ਨਹੀਂ ਚੱਲਣਾ। ਨੋ ਨੋਟ ਐਟ ਆਲ। ਉੱਥੇ ਤੁਹਾਨੂੰ ਇਹ ਰੱਖਣਾ ਪਏਗਾ, ਤੁਹਾਨੂੰ ਪਰਮਿਸ਼ਨ ਹੀ ਤਦ ਮਿਲਣੀ ਹੈ ਉੱਥੋਂ ਦੀ ਇੰਡੀਆ ਲਿਆਉਣ ਦੀ। ਇਹ ਆਟੋਮੈਟਿਕ ਪ੍ਰੋਸੈਸ ਨਹੀਂ ਹੈ। ਇਹ ਅੱਜ ਦੀ ਡੇਟ ਦੇ ਵਿੱਚ ਸਰਕਾਰ ਦੀ ਡਿਊਟੀ ਸ਼ੁਰੂ ਹੁੰਦੀ ਹੈ ਜਦੋਂ ਇਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਹੈ। ਇਹਨਾਂ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ ਇਹ ਕ੍ਰੈਡਿਟ ਨਹੀਂ ਲੈ ਸਕਦੇ ਕਿ ਗੋਲਡੀ ਬਰਾੜ ਨੂੰ ਫੜਨ ਦੇ ਵਿੱਚ ਸਾਡਾ ਕੋਈ ਹੱਥ ਹੈਗਾ। ਜੇ ਤੁਹਾਡੀ ਫਾਈਲ ਸਟਰੋਂਗ ਹੈ, ਜੇ ਤੁਹਾਡੇ ਡਾਕੂਮੈਂਟ ਸਟਰੋਂਗ ਨੇ, ਜੇ ਤੁਸੀਂ ਸਾਰੀ ਟ੍ਰੇਲ ਕਾਮਯਾਬੀ ਦੇ ਨਾਲ ਸ਼ੋਅ ਕਰ ਦਿੰਦੇ ਹੋ ਕਿ ਵੀ ਉਹ ਬੰਦੇ ਦੇ ਇੱਥੇ ਇੰਡੀਆ ਮੈਂ ਇੱਥੇ ਬੰਦਿਆਂ ਦੇ ਨਾਲ ਡਾਇਰੈਕਟ ਕੰਟੈਕਟ ਚੱਲ ਰਹੇ ਸੀਗੇ, ਇੱਥੋਂ ਪੈਸਾ ਆ ਰਿਹਾ ਸੀਗਾ, ਇੱਥੋਂ ਦੀ ਗਨਸ ਕਲੈਕਟ ਕਰਵਾ ਕੇ ਦਿੱਤੀਆਂ ਔਰ ਇਹ ਬੰਦਾ ਮਾਸਟਰਮਾਈਂਡ ਸੀਗਾ ਉੱਥੇ ਬੈਠਾ, ਤੇ ਫਿਰ ਕੋਈ ਤਾਕਤ ਨਹੀਂ ਹੈ ਜਿਹੜੀ ਉਹਨੂੰ ਰੋਕ ਸਕੇ। ਹੁਣ ਜੇ ਮੰਨ ਲਓ ਆਪਾਂ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਉਹਨੂੰ ਐਕਸਟ੍ਰਾਡਾਈਟ ਕਰਾ ਕੇ ਲੈ ਕੇ ਆਉਂਦੇ ਆ ਤੇ ਉਹਨੂੰ ਡੇਰਾ ਪ੍ਰੇਮੀ ਦੇ ਕੇਸ 'ਚ ਨਹੀਂ ਕਰਾਉਂਦੇ ਆ ਉੱਥੋਂ ਦੀ ਐਕਸਟ੍ਰਾਡਾਈਟ, ਤੇ ਫਿਰ ਆਪਾਂ ਉਹਦੇ ਤੇ ਦੂਜਾ ਕੇਸ ਨਹੀਂ ਚਲਾ ਸਕਦੇ ਇੱਥੇ ਇੰਡੀਆ। ਜਿਵੇਂ ਹੁਣ ਲਾਰੈਂਸ ਨੂੰ ਲਿਆ ਕੇ ਅਸੀਂ ਪੁੱਛੀ ਹੋਰ ਵੀ ਕਈ ਚੀਜ਼ਾਂ ਜਾਣੇ ਆਗੇ ਤਾਂ ਉਹ ਕਰੀ ਜਾਂਦੇ ਆ ਵੀ ਕੱਲ ਨੂੰ ਜੇ ਗੋਲਡੀ ਬਰਾੜ ਨੂੰ ਲੈ ਕੇ ਆਉਨੇ ਆ ਜਾਂ ਕਿ ਸਤਿੰਦਰਜੀਤ ਨੂੰ ਲੈ ਕੇ ਆਉਨੇ ਆ ਤਾਂ ਉਦੋਂ ਬਾਅਦ ਵਿੱਚ ਇਹ ਨਹੀਂ ਹੈਗਾ ਵੀ ਉਹਨੂੰ ਬਾਕੀ ਕੇਸ ਵੀ ਖੋਲ ਕੇ ਬਹਿ ਜਾਣਗੇ। ਨਹੀਂ, ਬਿਲਕੁਲ ਨਹੀਂ ਕਰ ਸਕਦੇ ਜੀ ਤੁਸੀਂ। ਜੇ ਉਹ ਸਤਿੰਦਰਜੀਤ ਪਹਿਲਾਂ ਤਾਂ ਗੋਲਡੀ ਬਰਾੜੀਆ ਇਹੀ ਸਾਬਤ ਕਰਨਾ ਪਊਗਾ। ਨੰਬਰ 2 ਤੇ ਗੱਲ ਇਹ ਹੈ ਵੀ ਜੇਕਰ ਪੂਰੀਆਂ ਤੱਥ ਜਾਂ ਫੈਕਟਸ ਉੱਥੇ ਦਿੰਨੇ ਆ, ਇਹ ਤਾਂ ਕਹਿਣ ਦਾ ਮਤਲਬ ਉਲਟਾ ਇੱਕ ਹੋਰ ਵੱਡੀ ਪਰੇਸ਼ਾਨੀ ਖੜੀ ਹੋ ਗਈ ਵੀ ਜੇਕਰ ਉਹ ਬੰਦਾ ਹੈਗਾ, ਕਿਉਂਕਿ ਜੇ ਇਸ ਵਾਰੀ ਉਹ ਉੱਥੋਂ ਨਿਕਲ ਜਾਂਦਾ ਪੁਲਿਸ ਮਜ਼ਬੂਤੀ ਦੇ ਨਾਲ ਉੱਥੇ ਆਪਦਾ ਪਹਿਲੂ ਨਹੀਂ ਰੱਖ ਪਾਉਂਦੀ, ਫੈਕਟ ਨਹੀਂ ਰੱਖ ਪਾਉਂਦੀ, ਕਿਉਂਕਿ ਗੱਲਾਂ ਉੱਡਣੀਆਂ ਹੋਰ ਗੱਲ ਹੈ। ਕਾਨੂੰਨ ਦੇ ਦਾਇਰੇ ਦੇ ਵਿੱਚ ਜਦੋਂ ਇਹ ਗੱਲਾਂ ਆਉਣੀਆਂ ਨੇ, ਯਾਨੀ ਕਿ ਉਹ ਤਾਂ ਫਿਰ ਇੱਕ ਤਰ੍ਹਾਂ ਦਾ ਉਲਟਾ ਫਾਇਦਾ ਹੋ ਜੂ ਜੇ ਨਾ ਇਸ ਤਰ੍ਹਾਂ ਦੇ ਨਾਲ ਮਜ਼ਬੂਤੀ ਕਰ ਪਾਏ। 20 ਨਵੰਬਰ ਭਾਈ ਸਾਹਿਬ 2011 ਅੱਜ 2/12 ਦੀ ਪ੍ਰੈਸ ਕਾਨਫਰੰਸ ਹੈ। 2011 ਦਾ ਡਿਟੇਨ ਯੈਸ 20 ਨਵੰਬਰ ਨੂੰ ਗੋਲਡੀ ਬਰਾੜ ਐਲੀਅਸ ਜਿਹਨੂੰ ਸਤਿੰਦਰਜੀਤ ਸਿੰਘ ਮੁਕਤਸਰ ਦਾ ਉਹ ਲੜਕਾ ਹੈ ਔਰ ਉਹ ਫ੍ਰੈਸਨੋ ਅਮਰੀਕਾ ਦੇ ਵਿੱਚ ਉਹਨੂੰ ਉੱਥੇ ਡਿਟੇਨ ਕੀਤਾ ਗਿਆ। 11-12 ਦਿਨ ਬਾਅਦ ਪੰਜਾਬ ਸਰਕਾਰ ਨੂੰ ਇਹ ਪਤਾ ਚੱਲ ਰਿਹਾ ਹੈ ਕਿ ਉਸ ਬੰਦੇ ਨੂੰ ਉੱਥੇ ਡਿਟੇਨ ਕਰ ਲਿੱਤਾ ਗਿਆ ਹੈ ਔਰ ਅਫਵਾਹਾਂ ਇਹ ਫੈਲਾਈਆਂ ਜਾ ਰਹੀਆਂ ਕਿ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈ। ਜਾਂ ਕਵੇ ਪੰਜਾਬ ਸਰਕਾਰ ਵੀ ਸਾਡੇ ਇਨਪੁਟਸ ਦੇ ਬੇਸਿਸ ਦੇ ਉੱਤੇ ਕੋਈ ਬੰਦਾ ਅਰੈਸਟ ਹੋਇਆ ਤਾਂ ਨੋ, ਇਹ ਗਲਤ ਗੱਲ ਹੈ। ਜਿੰਨੇ ਜਿਹੜਾ ਗੋਲਡੀ ਬਰਾੜ ਹੈ ਉਹ ਅੱਜ ਡਿਟੇਨ ਉੱਥੇ ਹੋਇਆ ਹੈ, ਉਹਦੇ 'ਚ ਜਾਂ ਤਾਂ ਰॉ ਦਾ ਨਾਮ ਆ ਰਿਹਾ ਜਾਂ ਇੰਟੈਲੀਜੈਂਸ ਬਿਊਰੋ ਦਾ ਨਾਮ ਆ ਰਿਹਾ ਜਾਂ ਦਿੱਲੀ ਸਪੈਸ਼ਲ ਸੈੱਲ ਦਾ ਨਾਮ ਆ ਰਿਹਾ। ਜਿਹੜੇ ਦੋਸ਼ੀ ਪਹਿਲਾਂ ਜਿਹੜੇ ਸ਼ੂਟਰਸ ਵੀ ਜਿਹੜੇ ਪਕੜੇ ਗਏ ਹੈ ਉਹਨਾਂ ਦੇ ਵਿੱਚ ਮੈਕਸਿਮਮ ਜਿਹੜੇ ਨੇ ਉਹ ਦਿੱਲੀ ਪੁਲਿਸ ਨੇ ਪਕੜੇ ਹੈ। ਮੈਨੂੰ ਕੋਈ ਪੰਜਾਬ ਸਰਕਾਰ ਨਾਲ ਜਾਂ ਪੰਜਾਬ ਪੁਲਿਸ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਮੈਂ ਕੋਈ ਉਹਨਾਂ ਦੇ ਐਂਟੀ ਨਹੀਂ ਆ, ਲੇਕਿਨ ਮੈਨੂੰ ਜਿਹੜਾ ਉਹਨਾਂ ਦੀ ਕੰਮ ਕਰਨ ਦੀ ਸੁਸਤੀ ਹੈ ਜਿਹੜੀ ਉਹ ਗਲਤ ਲੱਗਦੀ ਹੈ। ਸਤਿ ਸ਼੍ਰੀ ਅਕਾਲ। ਸਵੇਰ ਤੋਂ ਹੀ ਜੇ ਕਹੀਏ ਕਿ ਖਬਰਾਂ ਲਗਾਤਾਰ ਆ ਰਹੀਆਂ, ਬਰਾੜ ਨੂੰ ਗ੍ਰਿਫਤਾਰ ਕਰ ਲਿਆ, ਡਿਟੇਨ ਕਰ ਲਿਆ। ਬਾਅਦ ਦੇ ਵਿੱਚ ਜੇ ਕਹੀਏ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਦਿੰਦੇ ਨੇ ਕਿ ਹਾਂ ਗੋਲਡੀ ਬਰਾੜ ਨੂੰ ਫਿਰ ਹੁਣ ਲੈ ਕੇ ਆਵਾਂਗੇ, ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨੂੰ ਡਿਟੇਨ ਕਰ ਲਿਆ। ਪਰ ਗੱਲ ਇਹ ਕਿ ਆਖਰਕਾਰ ਗੋਲਡੀ ਬਰਾੜ ਨੂੰ ਲਿਆਉਣਾ ਇੰਨਾ ਸੌਖਾ ਹੈ ਕਿਉਂਕਿ ਇੱਕ ਤਾਂ ਪਾਸੇ ਦੇਖਿਆ ਜਾਵੇ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਹਰ ਕਿਸੇ ਨੂੰ ਹੈ ਵੀ ਗੋਲਡੀ ਬਰਾੜ ਨੂੰ ਲੈ ਕੇ ਆਓ। ਪਰ ਦੂਜੇ ਪਾਸੇ ਜਦੋਂ ਉਹ ਬਗਾਨੇ ਮੁਲਕ ਦੇ ਵਿੱਚ ਬੈਠਾ ਹੈ ਉੱਥੇ ਉਹ ਕੀ ਫੜ ਲਿਆ ਸੱਚੀਓ ਗਿਆ ਜਾਂ ਇਹਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੈ। ਇਹਨਾਂ ਸਾਰਿਆਂ ਦੇ ਵਿੱਚ ਜੇ ਕਹੀਏ ਕਿ ਆਖਰਕਾਰ ਲਿਆਉਣ ਦਾ ਰਸਤਾ ਕੀ ਹੈ, ਕਿ ਕਾਨੂੰਨ ਆਖਰਕਾਰ ਕੀ ਚੀਜ਼ਾਂ ਦੀ ਇਜਾਜ਼ਤ ਦਿੰਦਾ, ਕਿ ਉਹਦੀ ਕਾਨੂੰਨ ਦੀ ਪਰੇ ਕੁਝ ਨਹੀਂ ਹੁੰਦਾ, ਕੱਲੀਆਂ ਭਾਵਨਾਵਾਂ ਸਾਡੀਆਂ ਕੰਮ ਨਹੀਂ ਕਰਦੀਆਂ। ਤਾਂ ਇਹੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੋਲਡੀ ਬਰਾੜ ਨੂੰ ਕਹਿ ਕੇ ਕਿੰਨਾ ਮਰਜ਼ੀ ਅਸੀਂ ਕਹੀ ਜਾਈਏ ਲਿਆਉਣਾ ਕਿੰਨਾ ਸੌਖਾ ਹੈ ਤੇ ਆਖਰਕਾਰ ਜੇ ਉੱਥੇ ਗਿਆ ਕਿਤੇ ਫੜਿਆ ਹੀ ਹੈ ਜਾਂ ਫਿਰ ਸੱਚੀਓ ਕਿਸੇ ਪ੍ਰੀ ਪਲਾਨਡ ਸਿਸਟਮ ਦੇ ਨਾਲ ਉੱਥੇ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਸਮਝਣ ਦੇ ਵਾਸਤੇ ਜੇ ਗੱਲ ਕਰੀਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਡੇ ਵਕੀਲ ਦੇ ਨਾਲ ਗੱਲ ਕਰਾਂਗੇ। ਗੌਰਵ ਭਈਆ ਸਾਡੇ ਨਾਲ ਨੇ।
ਗੌਰਵ ਜੀ ਦੇਖਿਆ ਜਾਵੇ ਬਹੁਤ ਸਵੇਰ ਤੋਂ ਖਬਰਾਂ ਚੱਲ ਰਹੀਆਂ ਨੇ, ਲੋਕਾਂ ਦੇ ਮਨ 'ਚ ਇੱਕ ਚਲੋ ਇਹ ਵੀ ਆਇਆ ਕਿ ਮੂਸੇਵਾਲੇ ਦੇ ਕਤਲ ਮਾਮਲੇ 'ਚ ਇੱਕ ਵੱਡੀ ਗੱਲ ਹੋ ਗਈ। ਬਲਕੌਰ ਸਿੰਘ ਹੋਰਾਂ ਨੇ ਕਿਹਾ ਸੀ 2 ਕਰੋੜ ਦੇ ਦੂੰਗਾ ਮੈਂ, ਫੜ ਲਿਆ ਗੋਲਡੀ ਬਰਾੜ। ਹੁਣ ਗੋਲਡੀ ਬਰਾੜ ਫੜ ਲਿਆ, ਪਰ ਲਿਆ ਕੇ ਉਰੇ ਸਜ਼ਾ ਦੇਣਾ ਇਹ ਉਨਾ ਹੀ ਸੌਖਾ ਜਿੰਨੀ ਆਪਾਂ ਛੇਤੀ ਗੱਲ ਕਹਿ ਕੇ ਮੁਕਾ ਰਹੇ ਹਾਂ। ਭਾਈ ਸਾਹਿਬ ਇਸ ਤਰ੍ਹਾਂ ਹੈ ਕਿ ਜਿਹੜਾ ਇੱਕ ਤਾਂ ਹੁੰਦਾ ਜਰਨਲ ਪਬਲਿਕ ਸੈਂਟੀਮੈਂਟ ਦੀ ਆਪਾਂ ਗੱਲ ਕਰਦੇ ਆ, ਅਸੀਂ ਆਪ ਖੁਦ ਬੜੇ ਖੁਸ਼ ਹਾਂ ਇਸ ਗੱਲ ਤੋਂ ਕਿ ਚਲੋ ਕੁਝ ਐਕਟੀਵਿਟੀ ਹੋਈ ਹੈ ਕਿ ਸਤਿੰਦਰਜੀਤ ਸਿੰਘ, ਜਿਹਨੂੰ ਤੁਸੀਂ ਸਾਰੇ ਗੋਲਡੀ ਬਰਾੜ ਦੇ ਨਾਂ ਤੋਂ ਆਪਾਂ, ਉਹਨੇ ਆਪਦਾ ਨਾਮ ਜਾਣਬੁੱਝ ਕੇ ਇਸ ਤਰੀਕੇ ਦੇ ਨਾਲ ਨਸ਼ਰ ਕੀਤਾ ਜਾਂ ਕਿਸ ਤਰੀਕੇ ਦੇ ਨਾਲ ਉਹ ਇਹ ਮਸ਼ਹੂਰ ਕੀਤਾ ਉਹਨੇ। ਸਤਿੰਦਰਜੀਤ ਸਿੰਘ ਉਹਦਾ ਨਾਂ ਹੈ ਪਾਸਪੋਰਟ ਦੇ ਉੱਤੇ। ਉਹ ਮੁੰਡਾ 2017 ਚ ਮੁਕਤਸਰ ਤੋਂ ਜਾਂਦਾ ਹੈ ਕੈਨੇਡਾ, ਸਟੂਡੈਂਟ ਵੀਜ਼ਾ ਤੇ ਪੜ੍ਹਾਈ ਕਰਨ ਵਾਸਤੇ ਜਾਂਦਾ ਹੈ, ਜਿਵੇਂ ਆਮ ਜਵਾਕ ਜਾਂਦੇ ਆ। ਆਮ ਜਵਾਕ ਜਾਂਦੇ ਆ। ਹੁਣ ਉਹ ਉੱਥੇ ਜਾ ਕੇ ਗੈਂਗਸਟਰ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋ ਗਿਆ, ਔਰ ਜਦੋਂ ਉਹਦਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਮਰਡਰ ਦੇ ਵਿੱਚ ਜਦੋਂ ਉਹਨੇ ਜ਼ਿੰਮੇਵਾਰੀ ਲਈ, ਉਦੋਂ ਵੀ ਉਹਨੇ ਬੜੇ ਸਮਾਰਟਲੀ ਆਪਦਾ ਜਿਹੜਾ ਓਰੀਜਨਲ ਨਾਮ ਸੀਗਾ ਉਹਨੂੰ ਡਿਸਕਲੋਜ਼ ਕੀਤੇ ਬਿਨਾ ਗੋਲਡੀ ਬਰਾੜ ਦੇ ਨਾਮ ਤੋਂ ਉਹਨੇ ਆਪਦਾ ਐਕਸੈਪਟੈਂਸ ਕੀਤੀ। ਹੁਣ ਉਹ ਬੰਦਾ ਜਦੋਂ ਆਪਾਂ ਨੂੰ ਅੱਜ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਮੀਡੀਆ ਚੈਨਲਸ ਦੇ ਥਰੂ ਪਤਾ ਚੱਲ ਰਿਹਾ ਕਿ ਜੀ ਅਰੈਸਟ ਹੋ ਗਿਆ, ਪਹਿਲੀ ਗੱਲ ਤਾਂ ਉਹ ਅਰੈਸਟ ਹੋਇਆ ਹੀ ਨਹੀਂ ਹੈ, ਉਹਨੂੰ ਸਿਰਫ ਡਿਟੇਨ ਕੀਤਾ ਗਿਆ। ਹੁਣ ਡਿਟੇਨ ਤੇ ਅਰੈਸਟ ਦੇ ਵਿੱਚ ਟੈਕਨੀਕਲੀ ਲੀਗਲੀ ਬਹੁਤ ਵੱਡਾ ਡਿਫਰੈਂਸ ਹੈ, ਬਹੁਤ ਫਰਕ ਹੈ ਸਰ। ਅਰੈਸਟ ਮੀਨਸ ਕਿ ਇੱਕ ਬੰਦਾ ਕਿਸੇ ਕਾਨੂੰਨ ਦੇ ਵਿੱਚ ਐਲੀਗੇਸ਼ਨਸ ਦੇ ਤਹਿਤ ਉਹਦੇ ਤੇ ਮੁਕੱਦਮਾ ਦਰਜ ਹੋ ਗਿਆ ਔਰ ਉਹਨੂੰ ਅਰੈਸਟ ਕਰ ਲਿੱਤਾ ਗਿਆ, ਉਹਨੂੰ ਕਬਜ਼ੇ 'ਚ ਲੈ ਲਿਆ ਜਾਂ ਉਹਦੀ ਇੱਕ ਕਸਟਡੀ ਜਿਹੜੀ ਆ ਉਹ ਪੁਲਿਸ ਦੇ ਕੋਲ ਆ ਗਈ। ਡਿਟੇਨ ਦਾ ਮਤਲਬ ਉਹਨੂੰ ਕੁਐਸਚਨਿੰਗ ਕੀਤੀ ਜਾ ਰਹੀ ਹੈ, ਇਹ ਅਸਰਟਨ ਕੀਤਾ ਜਾ ਰਿਹਾ ਹੈ ਕਿ ਇਹ ਉਹੀ ਬੰਦਾ ਜਿਸ ਬੰਦੇ ਨੇ, ਗੋਲਡੀ ਬਰਾੜ ਨਾਮ ਦੇ ਬੰਦੇ ਨੇ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਚੱਕੀ ਕਿ ਮੈਂ ਮਰਡਰ ਕੀਤਾ ਜਾਂ ਕਰਵਾਇਆ। ਫਿਰ ਦੂਜੀ ਗੱਲ ਇਹ ਆ ਜਾਂਦੀ ਹੈ ਕਿ ਉਸ ਤੋਂ ਬਾਅਦ ਕਿਆ ਪੰਜਾਬ ਪੁਲਿਸ ਦੇ ਕੋਲ ਜਾਂ ਜਿਹੜੀ ਵੀ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਉਸ ਮਰਡਰ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਹੈ, ਉਹਨਾਂ ਨੇ ਇਸ ਬੰਦੇ ਦੇ ਅਗੇਂਸਟ ਕੋਈ ਐਵੀਡੈਂਸ ਕਲੈਕਟ ਕੀਤਾ? ਇਹ ਉੱਥੋਂ ਦੀ ਜਿਹੜੀ ਐਕਸਟ੍ਰੈਡੀਸ਼ਨ ਕਾਰਵਾਈ ਜਿਹੜੀ ਚੱਲਣੀ ਹੈ ਉਹ ਉਸ ਤੋਂ ਬਾਅਦ ਚੱਲਣੀ ਹੈ ਜਦੋਂ ਤੁਸੀਂ ਪੁਲਿਸ ਡਿਪਾਰਟਮੈਂਟ ਨੇ ਉਹਨਾਂ ਦੇ ਕੋਲ ਸਫੀਸ਼ੀਐਂਟ ਮਟੀਰੀਅਲ ਡਾਕੂਮੈਂਟਰੀ ਜਾਂ ਕੋਈ ਉਹਨਾਂ ਦੇ ਕੋਲ ਇਲੈਕਟ੍ਰੋਨਿਕ ਹੋਵੇ ਜਾਂ ਕੋਈ ਪੈਸਿਆਂ ਦੇ ਲੈਣ ਦੇਣ ਦਾ ਜਾਂ ਇੱਥੋਂ ਦੇ ਬੰਦੇ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਦੇ ਕੋਲੋਂ ਦੀਆਂ ਸਟੇਟਮੈਂਟਸ ਵਗੈਰਾ ਹੋਣ। ਬਹੁਤ ਮਤਲਬ ਇੱਕ ਟੈਕਨੀਕਲੀ ਕੰਪਲਿਕੇਟਿਡ ਤੇ ਲੰਬਾ ਪ੍ਰੋਸੈਸ ਹੈ। ਯਾਨੀ ਕਿ ਇਹ ਚੀਜ਼ ਕਹਿ ਸਕਦੇ ਆ ਵੀ ਆਮ ਤੌਰ ਤੇ ਜਿਹੜੀਆਂ ਚੀਜ਼ਾਂ ਲਾਸਟ ਦੇ ਵਿੱਚ ਨੁੱਚੜ ਕੇ ਕੋਰਟ ਦੇ ਵਿੱਚ ਆਪਣੀਆਂ ਕੋਰਟਾਂ ਦੇ ਵਿੱਚ ਜਾਂਦੀਆਂ ਨੇ ਤਾਂ ਕਿ ਇਸ ਬੰਦੇ ਨੂੰ ਸਜ਼ਾ ਮਿਲ ਸਕੇ, ਉਹ ਪਹਿਲਾਂ ਪੁਲਿਸ ਨੂੰ ਸਾਰਾ ਕੰਮ ਕਰਕੇ ਉੱਥੇ ਕੋਰਟ ਨੂੰ ਦੇਣੀ ਪਊਗੀ ਵੀ ਹਾਂ ਆਖਰਕਾਰ ਇਹੀ ਬੰਦਾ ਹੈ ਉਹ ਜਿਹਨੇ ਆਖਰ ਸਿੱਧੂ ਮੂਸੇਵਾਲੇ ਦਾ ਕਤਲ ਕਰਾਇਆ ਜਾਂ ਡੇਰਾ ਪ੍ਰੇਮੀ ਦਾ ਕਤਲ ਕਰਾਇਆ। ਬਿਲਕੁਲ ਜੀ, ਔਰ ਉਹਦੇ ਵਿੱਚ ਵੀ ਜਿਹੜਾ ਤੁਸੀਂ ਹੁਣ ਦੋ ਗੱਲਾਂ ਇਕੱਠੀਆਂ ਜੋੜੀਆਂ ਨੇ, ਇਸ ਕਰਕੇ ਮੈਂ ਉਹਦਾ ਜਵਾਬ ਦਿਆਂਗਾ। ਤੁਸੀਂ ਉਹਨੇ ਗੱਲ ਕੀਤੀ ਡੇਰਾ ਪ੍ਰੇਮੀ ਦੇ ਕਤਲ ਦੀ ਤੇ ਨਾਲ ਹੀ ਗੱਲ ਆਪਾਂ ਕਰਦੇ ਪਏ ਆ ਸਿੱਧੂ ਮੂਸੇਵਾਲਾ ਦੇ ਕਤਲ ਦੀ। ਇਹ ਦੋ ਡਿਫਰੈਂਟ ਕੇਸ ਨੇ, ਦੋ ਡਿਫਰੈਂਟ ਇਨਸੀਡੈਂਟਸ ਨੇ। ਆਪਨੇ ਇੰਡੀਆ ਦੇ ਵਿੱਚ ਕੀ ਸਿਸਟਮ ਹੈ, ਜੋ ਕਾਨੂੰਨੀ ਸਿਸਟਮ ਹੈ, ਗੁਜਰਾਤ ਦੇ ਵਿੱਚ ਇੱਕ ਕਾਂਡ ਹੋ ਗਿਆ, ਇੱਕ ਪੰਜਾਬ 'ਚ ਹੋ ਗਿਆ, ਇੱਕ ਬਿਹਾਰ 'ਚ ਹੋ ਗਿਆ, ਇੱਕ ਚੰਡੀਗੜ੍ਹ 'ਚ ਹੋ ਗਿਆ, ਇੱਕ ਮੋਹਾਲੀ 'ਚ ਹੋ ਗਿਆ, ਇੱਕ ਪਟਿਆਲੇ 'ਚ ਹੋ ਗਿਆ। ਉਹ ਅਲੱਗ-ਅਲੱਗ ਕੋਰਟਾਂ 'ਚ ਕੇਸ ਚੱਲ ਰਹੇ ਹੈ। ਇੱਕ ਬੰਦਾ ਅਰੈਸਟ ਹੋ ਗਿਆ ਮੋਹਾਲੀ ਦੇ ਵਿੱਚ, ਪ੍ਰੋਡਕਸ਼ਨ ਰਿਮਾਂਡ ਤੇ ਉਹਨੂੰ ਤੁਸੀਂ ਪਟਿਆਲੇ ਲੈ ਗਏ, ਪ੍ਰੋਡਕਸ਼ਨ ਰਿਮਾਂਡ ਤੇ ਤੁਸੀਂ ਉਹਨੂੰ ਮਾਨਸੇ ਲੈ ਗਏ। ਜੋ ਆਪਾਂ ਦੇਖ ਰਹੇ ਹਾਂ ਲਾਰੈਂਸ ਨੂੰ ਟਰੈਵਲ ਕਰਾਈ ਗਏ ਹੈਗੇ। ਹਾਂ ਬਿਲਕੁਲ, ਲਾਰੈਂਸ ਬਿਸ਼ਨੋਈ ਨੂੰ ਆਪਾਂ ਇੱਕ ਗਲੋਰੀਫਾਈ ਕਰਕੇ ਜੀ ਵੀ ਅਸੀਂ ਬੜੀ ਕਾਮਯਾਬੀ ਹਾਸਲ ਕਰ ਲਈ ਹੈ ਜੀ, ਉਹਨੂੰ ਲੈ ਕੇ ਜਾ ਰਹੇ ਹਾਂ। ਬੜੀ ਸ਼ਰਮ ਵਾਲੀ ਗੱਲ ਹੈ ਵੀ ਅੱਜ ਤੱਕ ਕਿਸੇ ਕੇਸ ਨੂੰ ਤੁਸੀਂ ਨੇੜੇ ਨਹੀਂ ਪਹੁੰਚਾ ਪਾਏ। ਅੱਜ ਤੱਕ ਕਿਸੇ ਕੇਸ ਦੇ ਵਿੱਚ ਵੀ ਕਿਸੇ ਦੋਸ਼ੀ ਨੂੰ ਸਜ਼ਾ ਹੋਣ ਦੇ ਬੜੀ ਦੂਰ ਦੀ ਗੱਲ ਹੈ। ਹਾਲੇ ਤੱਕ ਤੁਸੀਂ ਪ੍ਰੋਪਰ ਕਾਰਵਾਈ ਜਿਹੜੀ ਹੈ ਉਹਨਾਂ ਦੇ ਖਿਲਾਫ ਐਵੀਡੈਂਸ ਕਲੈਕਟ ਕਰਕੇ ਕੋਰਟ ਦੇ ਮੂਹਰੇ ਵੀ ਨਹੀਂ ਰੱਖਿਆ। ਇਹ ਚੀਜ਼ਾਂ USA ਦੇ ਵਿੱਚ ਜਿੱਥੇ ਇਸ ਕਥਿਤ ਮੁੰਡੇ ਨੂੰ ਅਰੈਸਟ ਕੀਤਾ ਗਿਆ ਹੈ, ਜਿਹੜਾ ਡਿਟੇਨ ਕੀਤਾ ਗਿਆ ਹੈ ਗੋਲਡੀ ਬਰਾੜ, ਉਹਦੇ ਵਾਸਤੇ ਤੁਹਾਨੂੰ ਸਫੀਸ਼ੀਐਂਟ ਡਾਕੂਮੈਂਟਰੀ ਐਵੀਡੈਂਸ ਉੱਥੋਂ ਦੀ ਐਕਸਟ੍ਰੈਡੀਟਰੀ ਕੋਰਟ ਦੇ ਵਿੱਚ ਰੱਖਣਾ ਪਏਗਾ। ਉਰੇ ਵਾਲਾ ਕੰਮ ਨਹੀਂ ਚੱਲਣਾ। ਨੋ, ਨੋਟ ਐਟ ਆਲ। ਉੱਥੇ ਤੁਹਾਨੂੰ ਇਹ ਰੱਖਣਾ ਪਏਗਾ, ਤੁਹਾਨੂੰ ਪਰਮਿਸ਼ਨ ਹੀ ਤਦ ਮਿਲਣੀ ਹੈ ਉੱਥੋਂ ਦੀ ਇੰਡੀਆ ਲਿਆਉਣ ਦੀ। ਇਹ ਆਟੋਮੈਟਿਕ ਪ੍ਰੋਸੈਸ ਨਹੀਂ ਹੈ। ਅੱਜ ਅਸੀਂ ਸੁਣ ਰਹੇ ਸੀਗੇ ਮੀਡੀਆ ਦੇ ਉੱਤੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਕ੍ਰੈਡਿਟ ਲੈਣ ਵਾਸਤੇ ਗੁਜਰਾਤ ਤੋਂ ਇੱਕ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਅਨਾਉਂਸ ਕੀਤਾ ਕਿ ਜੀ ਅਸੀਂ, ਕਿਉਂਕਿ ਕੱਲ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਬੜੀ ਇੱਕ ਭਾਵੁਕ ਅਪੀਲ ਕੀਤੀ ਸੀਗੀ ਕਿ ਮੈਂ 2 ਕਰੋੜ ਰੁਪਇਆ ਆਪਦੀ ਜ਼ਮੀਨ ਵੇਚ ਕੇ ਵੀ ਦਿਆਂਗਾ। ਸੁਣ ਕੇ ਹਰ ਇੱਕ ਬੰਦੇ ਦਾ ਮਨ ਉਬਲਣ ਲੱਗ ਪਿਆ ਸੀਗਾ ਵੀ ਯਾਰ ਵੀ ਸਰਕਾਰਾਂ ਕੀ ਕਰਦੀਆਂ ਪਈਆਂ, ਡਿਪਾਰਟਮੈਂਟ ਕੀ ਕਰ ਰਿਹਾ। ਔਰ ਅੱਜ ਜਦੋਂ ਡਿਟੈਂਸ਼ਨ ਦੀ ਖਬਰ ਆਈ ਤੇ ਬੜਾ ਲੱਗਿਆ ਕਿ ਇੱਕ ਅਚੀਵਮੈਂਟ ਵਾਲੀ ਗੱਲ ਹੈ, ਲੇਕਿਨ ਜਦੋਂ ਅਸੀਂ ਥੋੜਾ ਜਿਹਾ ਡੂੰਘਾਈ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ 20 ਨਵੰਬਰ ਭਾਈ ਸਾਹਿਬ 2011 ਅੱਜ 2/12 ਦੀ
ਪ੍ਰੈਸ ਕਾਨਫਰੰਸ ਹੈ 2011 ਦਾ ਡਿਟੇਨ ਯੈਸ 20 ਨਵੰਬਰ ਨੂੰ ਗੋਲਡੀ ਬਰਾੜ ਐਲੀਅਸ ਜਿਹਨੂੰ ਸਤਿੰਦਰਜੀਤ ਸਿੰਘ ਮੁਕਤਸਰ ਦਾ ਉਹ ਲੜਕਾ ਹੈ ਔਰ ਉਹ ਫ੍ਰੈਸਨੋ ਅਮਰੀਕਾ ਦੇ ਵਿੱਚ ਉਹਨੂੰ ਉੱਥੇ ਡਿਟੇਨ ਕੀਤਾ ਗਿਆ 11-12 ਦਿਨ ਬਾਅਦ ਪੰਜਾਬ ਸਰਕਾਰ ਨੂੰ ਇਹ ਪਤਾ ਚੱਲ ਰਿਹਾ ਹੈ ਕਿ ਉਸ ਬੰਦੇ ਨੂੰ ਉੱਥੇ ਡਿਟੇਨ ਕਰ ਲਿੱਤਾ ਗਿਆ ਹੈ ਔਰ ਅਫਵਾਹਾਂ ਇਹ ਫੈਲਾਈਆਂ ਜਾ ਰਹੀਆਂ ਕਿ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈ। ਨੋ ਭਾਈ ਸਾਹਿਬ, ਤੁਸੀਂ ਉੱਥੋਂ ਦੀਆਂ ਸਰਕਾਰੀ ਵੈਬਸਾਈਟਸ ਤੇ ਚੈੱਕ ਕਰ ਲਓ, ਉੱਥੋਂ ਦੇ ਕਾਨੂੰਨੀ ਸਿਸਟਮ ਦੇ ਨਾਲ ਕਿਸੇ ਬੰਦੇ ਦੇ ਨਾਲ ਗੱਲ ਕਰ ਲਓ, ਤੁਹਾਨੂੰ ਪਤਾ ਚੱਲ ਜਾਊਗਾ ਕਿ ਇਸ ਟਾਈਮ ਉਹਦਾ ਜਿਹੜਾ ਸਟੇਟਸ ਹੈ ਉਹ ਡਿਟੈਂਸ਼ਨ ਦਾ ਹੈ। ਹਾਲੇ ਤੱਕ ਅਰੈਸਟ ਵਾਲਾ ਉਹਦਾ ਸਿਸਟਮ ਨਹੀਂ ਹੈ। 90 ਦਿਨ ਦਾ ਟਾਈਮ ਹੈ ਸਰਕਾਰ ਦੇ ਕੋਲ, ਉਹਦੇ ਵਿੱਚ ਉਹਨਾਂ ਨੇ ਡਿਟੈਂਸ਼ਨ ਦੀ ਨੂੰ ਕਨਵਰਟ ਕਰਾ ਕੇ ਉਹਦੇ ਚ ਅਰੈਸਟ ਚ ਕਨਵਰਟ ਕਰਵਾ ਕੇ ਇੰਡੀਆ ਐਕਸਟ੍ਰੈਡਾਈਟ ਕਰਾਣਾ ਹੈ ਔਰ ਉਹਦੇ ਵਿੱਚ ਵੀ ਹੁਣ ਸਾਨੂੰ ਹਾਲੇ ਤੱਕ ਇਹ ਨਹੀਂ ਪਤਾ, ਮੈਂ ਐਜ਼ ਅ ਲਾਇਰ ਨਹੀਂ ਕਮੈਂਟ ਕਰ ਸਕਦਾ। ਇਨਵੈਸਟੀਗੇਟਿੰਗ ਏਜੰਸੀ ਨਾਲ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ, ਪ੍ਰਮੋਦ ਭਾਨ ਜੀ ਨੇ ਜਾਂ ਆਪਣੇ ਗੌਰਵ ਯਾਦਵ ਜੀ ਨੇ, ਉਹ ਦੱਸਣਗੇ ਕਿ ਵੀ ਇਸ ਨੂੰ ਕਿਸ ਕੇਸ ਦੇ ਸੰਬੰਧ ਦੇ ਵਿੱਚ ਐਕਸਟ੍ਰੈਡਾਈਟ ਕਰਾਉਣ ਦੀ ਪ੍ਰੋਸੀਡਿੰਗ ਚੱਲ ਰਹੀ ਹੈ। ਕਿਉਂਕਿ ਜੇ ਮੰਨ ਲਓ ਉਹਨੂੰ ਆਪਾਂ ਗੱਲ ਕਰੀਏ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਜਾਂ ਆਪਾਂ ਗੱਲ ਕਰੀਏ ਡੇਰਾ ਪ੍ਰੇਮੀ ਦੇ ਮਰਡਰ ਕੇਸ ਦੀ, ਇਹ ਦੋ ਕੇਸਾਂ ਦੇ ਵਿੱਚ ਸੈਪਰੇਟ ਐਕਸਟ੍ਰੈਡੀਸ਼ਨ ਦੀ ਰਿਕੁਐਸਟ ਪੈਣੀ ਹੈ। ਹੁਣ ਜੇ ਮੰਨ ਲਓ ਆਪਾਂ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਉਹਨੂੰ ਐਕਸਟ੍ਰੈਡਾਈਟ ਕਰਾ ਕੇ ਲੈ ਕੇ ਆਨੇ ਆ ਤੇ ਉਹਨੂੰ ਡੇਰਾ ਪ੍ਰੇਮੀ ਦੇ ਕੇਸ 'ਚ ਨਹੀਂ ਕਰਾਉਂਦੇ ਆ ਉੱਥੋਂ ਦੀ ਐਕਸਟ੍ਰੈਡਾਈਟ, ਤੇ ਫਿਰ ਆਪਾਂ ਉਹਦੇ ਤੇ ਦੂਜਾ ਕੇਸ ਨਹੀਂ ਚਲਾ ਸਕਦੇ ਇੱਥੇ ਇੰਡੀਆ। ਜਿਵੇਂ ਹੁਣ ਲਾਰੈਂਸ ਨੂੰ ਲਿਆ ਕੇ ਅਸੀਂ ਪੁੱਛੀ, ਹੋਰ ਵੀ ਕਈ ਚੀਜ਼ਾਂ ਜਾਣੇ ਆਗੇ ਤਾਂ ਉਹ ਕਰੀ ਜਾਂਦੇ ਆ ਵੀ ਕੱਲ ਨੂੰ ਜੇ ਗੋਲਡੀ ਬਰਾੜ ਨੂੰ ਲੈ ਕੇ ਆਉਨੇ ਆ ਜਾਂ ਕਿ ਜੇ ਸਤਿੰਦਰਜੀਤ ਨੂੰ ਲੈ ਕੇ ਆਉਨੇ ਆ ਤਾਂ ਉਦੋਂ ਬਾਅਦ ਵਿੱਚ ਇਹ ਨਹੀਂ ਹੈਗਾ ਵੀ ਉਹਨੂੰ ਬਾਕੀ ਕੇਸ ਵੀ ਖੋਲ ਕੇ ਬਹਿ ਜਾਣਗੇ। ਨਹੀਂ, ਬਿਲਕੁਲ ਨਹੀਂ ਕਰ ਸਕਦੇ ਜੀ। ਤੁਸੀਂ ਜਿਹੜੇ ਕੇਸ ਤੁਸੀਂ ਉਹਦੇ ਤੇ ਚਲਾਉਣਾ ਚਾਹੁੰਦੇ ਹੋ, ਜਿਹੜੇ ਕੇਸਾਂ ਦੇ ਵਿੱਚ ਤੁਹਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ, ਉਹ ਉੱਥੋਂ ਦੇ ਜੱਜ ਨੇ ਐਗਜ਼ਾਮਿਨ ਕਰਨਾ ਹੈ ਕਿ ਇਸ ਪਰਪਸ ਵਾਸਤੇ ਇਹਨੂੰ ਉੱਥੇ ਲੈ ਕੇ ਜਾਇਆ ਜਾ ਰਿਹਾ ਹੈ। ਉਹ ਪਰਪਸ ਬੜਾ ਕਲੀਅਰ ਹੋਣਾ ਚਾਹੀਦਾ ਹੈ। ਉਹ ਪਰਪਸ ਦੇ ਵਿੱਚ ਤੁਹਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਹੋਣਾ ਚਾਹੀਦਾ। ਜਿਵੇਂ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੇ ਵਿੱਚ ਜਿਹੜਾ ਐਵੀਡੈਂਸ ਕਲੈਕਟ ਕੀਤਾ ਹੈ ਉਹ ਉੱਥੋਂ ਦੀ ਕੋਰਟ ਦੇ ਵਿੱਚ ਦੇਣਾ ਪਊਗਾ ਔਰ ਉਹਨਾਂ ਦੇ ਕੋਲੋਂ ਦੀ ਪਰਮਿਸ਼ਨ ਮਿਲੇਗੀ ਤੁਹਾਨੂੰ ਕਿ ਤੁਸੀਂ ਇਹਨੂੰ ਇੰਡੀਆ ਇਸ ਕੇਸ ਦੇ ਵਿੱਚ ਟ੍ਰਾਇਲ ਚਲਾਉਣ ਵਾਸਤੇ ਲੈ ਕੇ ਜਾ ਰਹੇ ਹੋ। ਹੁਣ ਉੱਥੇ ਮੰਨ ਲਓ ਤੁਸੀਂ ਦੋ ਕੇਸਾਂ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ, ਤਿੰਨ 'ਚ ਲੈ ਕੇ ਆਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨੀ ਆਪਦੀ ਤੁਹਾਡੀ ਜਿਹੜੀ ਲੀਗਲ ਟੀਮ ਹੈ, ਜਿਹੜੀ ਇਹਨਾਂ ਦੀ ਪੰਜਾਬ ਪੁਲਿਸ ਦੀ ਪ੍ਰੋਸੀਕਿਊਸ਼ਨ ਵਾਸਤੇ ਇਹਨਾਂ ਨੇ ਇਨਵੈਸਟੀਗੇਸ਼ਨ ਟੀਮ ਬਣਾਈ ਹੈ, ਸਿੱਟ ਬਣਾਈ ਹੈ, ਉਹਨਾਂ ਨੂੰ ਹੁਣ ਪੂਰਾ ਜ਼ੋਰ ਲਾਣਾ ਪਊਗਾ। ਕੇਂਦਰੀ ਏਜੰਸੀਆਂ ਦੇ ਮਾਧਿਅਮ ਤੋਂ ਦਿੱਲੀ ਸਰਕਾਰ ਦੇ ਜਰੀਏ ਜਾਂ ਕੇਂਦਰ ਸਰਕਾਰ ਦੇ ਜਰੀਏ ਉਹ ਉੱਥੋਂ ਦੀ USA ਦੀਆਂ ਕੋਰਟਾਂ ਦੇ ਵਿੱਚ, ਉੱਥੋਂ ਦੀ ਐਕਸਟ੍ਰੈਡੀਸ਼ਨ ਕੋਰਟ ਦੇ ਵਿੱਚ ਸਾਰਾ ਮਟੀਰੀਅਲ ਲਿਜਾ ਕੇ ਰੱਖਣਾ ਪਊਗਾ ਤਾਂ ਕਿਤੇ ਜਾ ਕੇ ਆਪਾਂ ਇਸ ਚੀਜ਼ ਨੂੰ ਇੱਕ ਪਾਰਟਿਕੂਲਰ ਟਿਕਾਣੇ ਤੇ ਪਹੁੰਚਾ ਪਾਵਾਂਗੇ ਤੇ ਉਹਨੂੰ ਆਪਾਂ ਇੰਡੀਆ ਲੈ ਕੇ ਆ ਪਾਵਾਂਗੇ। ਤਾਂ ਐ ਲੱਗਦਾ ਫਿਰ ਵੀ ਜੇ ਉਹ ਸਤਿੰਦਰਜੀਤ ਪਹਿਲਾਂ ਤਾਂ ਗੋਲਡੀ ਬਰਾੜੀਆ ਇਹੀ ਸਾਬਤ ਕਰਨਾ ਪਊਗਾ। ਨੰਬਰ 2 ਤੇ ਗੱਲ ਇਹ ਹੈ ਵੀ ਜੇਕਰ ਪੂਰੀਆਂ ਤੱਥ ਜਾਂ ਫੈਕਟਸ ਉੱਤੇ ਦਿੰਨੇ ਆ, ਇਹ ਤਾਂ ਕਹਿਣ ਦਾ ਮਤਲਬ ਉਲਟਾ ਇੱਕ ਹੋਰ ਵੱਡੀ ਪਰੇਸ਼ਾਨੀ ਖੜੀ ਹੋ ਗਈ ਵੀ ਜੇਕਰ ਉਹ ਬੰਦਾ ਹੈਗਾ, ਕਿਉਂਕਿ ਜੇ ਇਸ ਵਾਰੀ ਉਹ ਉੱਥੋਂ ਨਿਕਲ ਜਾਂਦਾ ਹੈ, ਪੁਲਿਸ ਮਜ਼ਬੂਤੀ ਦੇ ਨਾਲ ਉੱਥੇ ਆਪਦਾ ਪਹਿਲੂ ਨਹੀਂ ਰੱਖ ਪਾਉਂਦੀ, ਫੈਕਟ ਨਹੀਂ ਰੱਖ ਪਾਉਂਦੀ, ਕਿਉਂਕਿ ਗੱਲਾਂ ਉੱਡਣੀਆਂ ਹੋਰ ਗੱਲ ਹੈ। ਕਾਨੂੰਨ ਦੇ ਦਾਇਰੇ ਦੇ ਵਿੱਚ ਜਦੋਂ ਇਹ ਗੱਲਾਂ ਆਉਣੀਆਂ ਨੇ, ਯਾਨੀ ਕਿ ਉਹ ਤਾਂ ਫਿਰ ਇੱਕ ਤਰ੍ਹਾਂ ਦਾ ਉਲਟਾ ਫਾਇਦਾ ਹੋ ਜੂ ਨਹੀਂ ਜੇ ਨਾ ਇਸ ਤਰ੍ਹਾਂ ਦੇ ਨਾਲ ਮਜ਼ਬੂਤੀ ਕਰ ਪਾਏ। ਸਰ ਦੇਖੋ, ਇਹ ਇੱਕ ਬੜਾ ਸਾਡੇ ਪੰਜਾਬ ਵਾਸਤੇ ਇੰਪੋਰਟੈਂਟ ਇਸ਼ੂ ਹੈ। ਗੋਲਡੀ ਬਰਾੜ ਦਾ ਪਕੜਿਆ ਜਾਣਾ, ਜਿਸ ਬੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਕਸੈਪਟੈਂਸ ਕੀਤੀ ਔਰ ਕੁਝ ਇੱਕ ਆਪਾਂ ਨਾਮ ਨਹੀਂ ਲੈਂਦੇ ਚੈਨਲਸ ਦੇ ਵਿੱਚ ਉਹਨੇ ਲਾਈਵ ਇੰਟਰਵਿਊ ਵੀ ਦਿੱਤੀ, ਜਿਹਦੇ ਵਿੱਚ ਉਹ ਆਪ ਇੱਕ ਪਾਸੇ ਬੈਠਾ ਸੀਗਾ ਵੀਡੀਓ ਕਾਲ ਤੇ, ਆਈ ਥਿੰਕ ਆਡੀਓ ਕਾਲ ਸੀਗੀ ਜਾਂ ਵੀਡੀਓ ਕਾਲ, ਪਰ ਉਹ ਆ ਰਿਹਾ ਸੀਗਾ ਉਹਦੇ ਵਿੱਚ ਕਿ ਵੀ ਮੈਂ ਗੋਲਡੀ ਬਰਾੜ ਆ, ਉਹ ਕਲੇਮ ਕਰ ਰਿਹਾ ਔਰ ਉਸ ਤੋਂ ਬਾਅਦ ਉਹ ਇੰਟਰਵਿਊ ਦੇ ਰਿਹਾ। ਉਹਨੇ ਆਪਦੇ ਕਾਰਨ ਵੀ ਦੱਸੇ ਕਿ ਮੈਂ ਕਿਉਂ ਮਰਵਾਇਆ ਜਾਂ ਕਿਸ ਤਰ੍ਹਾਂ ਕੀਤਾ। ਹੁਣ ਜਦੋਂ ਉਹ ਬੰਦਾ ਉੱਥੇ ਦੀ ਕੋਰਟ ਦੇ ਵਿੱਚ ਜਾਏਗਾ, ਉਦੋਂ ਸਾਬਤ ਕਰਨਾ ਪਏਗਾ ਉੱਤੇ, ਜੋ ਡਰਾਈ ਕਰ ਦਿੰਦਾ ਕਿ ਮੈਂ ਨਹੀਂ ਸੀਗਾ ਜੀ, ਇਹ ਤਾਂ ਮੇਰੇ ਨਾਂ ਤੋਂ ਕੋਈ ਹੋਰ ਬੰਦਾ ਇਹਨੂੰ ਯੂਜ਼ ਕਰ ਰਿਹਾ ਸੀਗਾ, ਤੇ ਫਿਰ ਪੰਜਾਬ ਪੁਲਿਸ ਦੇ ਕੋਲ ਬੈਕਅਪ ਪਲਾਨ ਪ੍ਰੀਪੇਅਰਡ ਹੋਣਾ ਚਾਹੀਦਾ ਹੈ। ਕੱਲੀ ਕਨਫੈਸ਼ਨਲ ਸਟੇਟਮੈਂਟ ਦੇ ਬੇਸਿਸ ਤੇ ਕੰਮ ਨਹੀਂ ਚੱਲਣਾ। ਉਹਨਾਂ ਨੂੰ ਆਪਦੇ ਜਿਹੜੇ ਇੱਥੇ ਇੰਡੀਆ ਦੇ ਵਿੱਚ ਜਿਹੜੇ ਦੋਸ਼ੀ ਪਕੜੇ ਹੈ ਵੀ ਉਹਨਾਂ ਦਾ ਕਿਵੇਂ ਉਹਨਾਂ ਦੇ ਨਾਲ ਸੰਬੰਧ ਸੀਗਾ, ਕੀ ਉਹਨਾਂ ਦੇ ਕੋਲ ਡਾਕੂਮੈਂਟਰੀ ਐਵੀਡੈਂਸ ਹੈਗਾ ਜਾਂ ਕੋਈ ਫੰਡਿੰਗ ਦੀ ਕੋਈ ਟ੍ਰੇਲ ਹੈ ਉਹਨਾਂ ਦੇ ਕੋਲ। ਮੈਂ ਉਮੀਦ ਕਰਦਾ ਇਹਨਾਂ ਦੇ ਕੋਲ ਸਫੀਸ਼ੀਐਂਟ ਚੀਜ਼ਾਂ ਹੋਣਗੀਆਂ ਕਿ ਇਹ ਸਾਰਾ ਕੁਝ ਉੱਥੇ ਲਿਜਾ ਕੇ ਇਹਨੂੰ ਪ੍ਰੋਪਰਲੀ ਪਰਸਿਊ ਕਰਨਗੇ। ਹਾਲੇ ਮਤਲਬ ਖਾਲੀ ਢੋਲ ਵਜਾਣਾ ਜਾਂ ਖਾਲੀ ਛਾਤੀ ਨਹੀਂ ਵਜਾਣੀ ਚਾਹੀਦੀ। ਪਹਿਲਾਂ ਤੁਸੀਂ ਸਾਰਾ ਕੰਮ ਟੈਕਨੀਕਲੀ ਪੱਕਾ ਕਰੋ, ਉੱਥੇ ਕੋਰਟ ਦੇ ਵਿੱਚ ਜਾ ਕੇ ਸਬਮਿਟ ਕਰਾਓ ਤਾਂ ਕਿ ਉਹ ਜਿਹੜਾ ਬੰਦਾ ਹੈਗਾ ਉਹ ਇੰਡੀਆ ਐਕਸਟ੍ਰੈਡਾਈਟ ਹੋ ਸਕੇ। ਨਹੀਂ ਤਾਂ ਉਹ ਸਤਿੰਦਰਜੀਤ ਸਿੰਘ ਹੈ
ਤੇ ਉਹ ਕਵੇ ਜੀ ਗੋਲਡੀ ਬਰਾੜ ਕੋਈ ਮੇਰੀ ਆਇਡੈਂਟੀਟੀ ਵਰਤ ਗਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਕਰ ਲਿਆ, ਤੇ ਉਹਦੇ ਕੋਲ ਬਚਣ ਦੇ ਰਾਹ ਬਥੇਰੇ ਆ। ਉਹ ਸਮਾਰਟ ਬੰਦੇ ਦੇ ਨਾਲ ਥੋੜਾ ਜਿਹਾ ਸਰਕਾਰ ਨੂੰ ਵੀ ਉਂਗਲ ਟੇਢੀ ਕਰਕੇ ਚੱਲਣਾ ਪਊਗਾ। ਪਰ ਇਹਦੇ ਚ ਹੁਣ ਜੇ ਦੇਖੀਏ ਕਿ ਤਾਈਓ ਲੱਗਦਾ ਵੀ ਬਲਕੌਰ ਸਿੰਘ ਜਿਵੇਂ ਬਾਰੀ-ਬਾਰੀ ਗੱਲਾਂ ਕਹਿੰਦੇ ਨੇ, ਬਾਰੀ-ਬਾਰੀ ਬੇਵਿਸ਼ਵਾਸੀ ਜਤਾਉਂਦੇ ਨੇ, ਇੱਕ ਵਾਰੀ ਐਂ ਵੀ ਲੱਗਣ ਲੱਗ ਜਾਂਦਾ ਵੀ ਯਾਰ ਪੁਲਿਸ ਇਹਨਾਂ ਦਾ ਕੰਮ ਕਰੀ ਜਾਂਦੀ ਹੈ, ਇੰਨੇ ਬੰਦੇ ਫੜ ਲਿਆਉਂਦੇ, ਲਾਰੈਂਸ ਫੜ ਲਿਆਂਦਾ, ਲਾਰੈਂਸ ਨੂੰ ਲੈ ਕੇ ਆਏ, ਯਾਨੀ ਕਿ ਉਹ ਤੋਂ ਪੁੱਛਗਿੱਛ ਹੋ ਗਈ। ਬਲਕੌਰ ਸਿੰਘ ਹੋਰਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਖਦਸ਼ਾ ਹੈ ਵੀ ਜੇ ਕਾਗਜ਼ੀ ਕਾਰਵਾਈ ਕਮਜ਼ੋਰ ਰਹਿ ਗਈ ਤਾਂ ਫਿਰ ਬਾਅਦ ਚ ਇਕੱਲੇ ਢੋਲ ਪਿੱਟਣ ਨਾਲ ਕੁਝ ਨਹੀਂ ਬਣਨਾ। ਸਰ ਕਿਹੜੇ ਲਾਰੈਂਸ ਨੂੰ ਫੜ ਕੇ ਲਿਆਏ ਜੀ? ਕਿੱਥੋਂ ਫੜ ਕੇ ਲਿਆਏ ਲਾਰੈਂਸ ਬਿਸ਼ਨੋਈ ਨੂੰ? ਇਹ ਤਾਂ ਕਹਿੰਦੇ ਨੇ ਵੀ ਅੱਜ ਤੱਕ ਲਿਆਂਦਾ ਨਹੀਂ ਸੀਗਾ ਕਦੇ, ਐਸੀ ਲੈ ਕੇ ਆਏ ਆ। ਕਿੱਦਾਂ ਕਿਉਂ ਨਹੀਂ ਲੈ ਕੇ ਆ ਪਏ ਸੀਗੇ? ਜਿਹੜੀਆਂ ਚੀਜ਼ਾਂ ਲਾਰੈਂਸ ਬਿਸ਼ਨੋਈ ਨੇ ਸੁਪਰੀਮ ਕੋਰਟ ਤੱਕ, ਮਾਨਯੋਗ ਉੱਚ ਅਦਾਲਤ ਤੱਕ ਉਹਨੇ ਇਹ ਗੱਲਾਂ ਕਹੀਆਂ ਕਿ ਜੀ ਵੀ ਮੇਰੇ ਨਾਲ ਬਦਸਲੂਕੀ ਕੀਤੀ ਜਾਊਗੀ, ਮੇਰੇ ਨਾਲ ਥਰਡ ਟਾਰਚਰ ਡਿਗਰੀ ਕੀਤਾ ਜਾਊਗਾ, ਇਹੀ ਚੀਜ਼ਾਂ ਗੋਲਡੀ ਬਰਾੜ ਨੇ ਕਹਿਣੀਆਂ ਨੇ ਉੱਥੇ USA ਦੇ ਵਿੱਚ। ਉਹ ਵੀ ਇਹੀ ਗੱਲਾਂ ਕਹੂਗਾ। ਉਹ ਕਹੂਗਾ ਮੇਰੇ ਹਿਊਮਨ ਰਾਈਟ ਦੀ ਵਾਇਓਲੇਸ਼ਨ ਹੋਏਗੀ ਜੀ, ਮੈਨੂੰ ਫ੍ਰੀ ਟ੍ਰਾਇਲ ਨਹੀਂ ਮਿਲਣਾ ਜੀ। ਤੁਸੀਂ ਅੱਜ ਇਹ ਦੇਖੋ ਵੀ ਪੰਜਾਬ ਪੁਲਿਸ ਜਾਂ ਕਵੇ ਪੰਜਾਬ ਸਰਕਾਰ ਵੀ ਸਾਡੇ ਇਨਪੁਟਸ ਦੇ ਬੇਸਿਸ ਦੇ ਉੱਤੇ ਕੋਈ ਬੰਦਾ ਅਰੈਸਟ ਹੋਇਆ, ਤਾਂ ਨੋ, ਇਹ ਗਲਤ ਗੱਲ ਹੈ। ਜਿੰਨੇ ਜਿਹੜਾ ਗੋਲਡੀ ਬਰਾੜ ਹੈ ਉਹ ਅੱਜ ਡਿਟੇਨ ਉੱਥੇ ਹੋਇਆ ਹੈ, ਉਹਦੇ ਚ ਜਾਂ ਤਾਂ ਰॉ ਦਾ ਨਾਮ ਆ ਰਿਹਾ ਜਾਂ ਇੰਟੈਲੀਜੈਂਸ ਬਿਊਰੋ ਦਾ ਨਾਮ ਆ ਰਿਹਾ ਜਾਂ ਦਿੱਲੀ ਸਪੈਸ਼ਲ ਸੈੱਲ ਦਾ ਨਾਮ ਆ ਰਿਹਾ। ਜਿਹੜੇ ਦੋਸ਼ੀ ਪਹਿਲਾਂ ਜਿਹੜੇ ਸ਼ੂਟਰਸ ਵੀ ਜਿਹੜੇ ਪਕੜੇ ਗਏ ਆ ਉਹਨਾਂ ਦੇ ਵਿੱਚ ਮੈਕਸਿਮਮ ਜਿਹੜੇ ਨੇ ਉਹ ਦਿੱਲੀ ਪੁਲਿਸ ਨੇ ਪਕੜੇ ਆ। ਮੈਨੂੰ ਕੋਈ ਪੰਜਾਬ ਸਰਕਾਰ ਨਾਲ ਜਾਂ ਪੰਜਾਬ ਪੁਲਿਸ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਮੈਂ ਕੋਈ ਉਹਨਾਂ ਦੇ ਐਂਟੀ ਨਹੀਂ ਆ, ਲੇਕਿਨ ਮੈਨੂੰ ਜਿਹੜਾ ਉਹਨਾਂ ਦੀ ਕੰਮ ਕਰਨ ਦੀ ਸੁਸਤੀ ਹੈ ਜਿਹੜੀ ਉਹ ਗਲਤ ਲੱਗਦੀ ਹੈ ਕਿ ਵੀ ਤੁਸੀਂ ਕੰਮ ਨਹੀਂ ਕਰਦੇ ਜਦੋਂ ਤੁਹਾਡੇ ਕੋਲ ਹੈ ਨਹੀਂ, ਤਾਂ ਤੁਸੀਂ ਕਲੇਮ ਕਿਉਂ ਕਰਦੇ ਹੋ ਏਡੇ ਵੱਡੇ। ਅੱਜ ਸਾਡੇ ਚੀਫ ਮਿਨਿਸਟਰ ਸਾਹਿਬ 12 ਦਿਨਾਂ ਬਾਅਦ ਮਤਲਬ 20/11 ਦਾ ਗੋਲਡੀ ਬਰਾੜ ਉੱਥੇ ਡਿਟੇਨ ਹੋਇਆ ਹੈ। ਉਹਦੇ ਪਿਤਾ ਨੂੰ, ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਕੱਲ ਤੱਕ ਇਸ ਗੱਲ ਦਾ ਨਹੀਂ ਪਤਾ ਸੀਗਾ ਕਿ ਵੀ ਉਹ ਬੰਦਾ ਉੱਥੇ ਡਿਟੇਨ ਹੋਇਆ, ਨਹੀਂ ਤਾਂ ਉਹਨਾਂ ਨੂੰ ਕੱਲ ਇਹ ਅਨਾਉਂਸਮੈਂਟ ਕਰਨ ਦੀ ਲੋੜ ਨਹੀਂ ਸੀਗੀ। ਉਹ ਇਹ ਕਹਿੰਦੇ ਉਲਟਾ ਸਰਕਾਰ ਨੂੰ ਕਿ ਭਾਈ ਉਹ ਉੱਥੇ ਉਹਨਾਂ ਨੇ ਡਿਟੇਨ ਕਰ ਲਿਆ, ਉਸ ਬੰਦੇ ਦੇ ਖਿਲਾਫ ਪ੍ਰੋਪਰ ਜਿਹੜਾ ਸਬੂਤ ਤੁਸੀਂ ਇਕੱਠਾ ਕੀਤਾ ਜਾ ਕੇ ਉਹਨਾਂ ਦੀ ਸਰਕਾਰ ਨੂੰ ਦਿਓ ਤੇ ਉਹਨੂੰ ਲੈ ਕੇ ਆਓ, ਇੰਡੀਆ ਟ੍ਰਾਇਲ ਫੇਸ ਕਰਾਓ। ਉਹ ਇਹ ਗੱਲ ਕਹਿੰਦਾ। ਇਹ ਸੁਸਤੀ ਕਿੰਦੀ ਹੈ ਸਰ? ਇਹ ਪੰਜਾਬ ਸਰਕਾਰ ਦੀ ਹੈ, ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਨਾ। ਤੁਹਾਨੂੰ ਤਾਂ ਪਤਾ ਚੱਲਦਾ ਪਿਆ 2/12 ਨੂੰ ਤੇ ਬੰਦਾ ਉੱਥੇ ਡਿਟੇਨ ਕੀਤਾ ਹੋਇਆ 20/11 ਦਾ। 12 ਦਿਨਾਂ ਬਾਅਦ ਤਾਂ ਤੁਹਾਨੂੰ ਪਤਾ ਚੱਲਦਾ ਪਿਆ ਕਿ ਵੀ ਉਹ ਬੰਦਾ ਉੱਥੇ ਅਮਰੀਕਨ ਕੈਲੀਫੋਰਨੀਆ ਦੇ ਵਿੱਚ ਜਾਂ ਫ੍ਰੈਸਨੋ ਨੇ ਉਹਨੇ ਡਿਟੇਨ ਕਰ ਲਿਆ। ਇਟ ਮੀਨਸ ਕਿ ਤੁਹਾਡਾ ਕੋਈ ਉਹਦੇ ਚ ਰੋਲ ਹੀ ਨਹੀਂ ਹੈ ਕਿਸੇ ਵੀ ਪਾਸੇ ਉਹਦੀ। ਤੁਹਾਡਾ ਰੋਲ ਸਰ ਦੇਖੋ, ਅੱਜ ਦੀ ਡੇਟ ਦੇ ਵਿੱਚ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹਾਂਗਾ, ਇਹ ਅੱਜ ਦੀ ਡੇਟ ਦੇ ਵਿੱਚ ਸਰਕਾਰ ਦੀ ਡਿਊਟੀ ਸ਼ੁਰੂ ਹੁੰਦੀ ਹੈ ਜਦੋਂ ਇਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਹੈ। ਇਹਨਾਂ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ ਇਹ ਕ੍ਰੈਡਿਟ ਨਹੀਂ ਲੈ ਸਕਦੇ ਕਿ ਗੋਲਡੀ ਬਰਾੜ ਨੂੰ ਫੜਨ ਦੇ ਵਿੱਚ ਸਾਡਾ ਕੋਈ ਹੱਥ ਹੈ। ਅੱਜ ਤੋਂ ਬਾਅਦ ਜਦੋਂ ਗੋਲਡੀ ਨੇ ਇੰਡੀਆ ਆਣਾ ਹੈ, ਉਹ ਇਹਨਾਂ ਦੀ ਜਿਹੜੀ ਡਾਕੂਮੈਂਟਰੀ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਹੈ, ਜੇ ਉਹ ਸਟਰੋਂਗਲੀ ਇਹਨਾਂ ਨੇ ਇਨਵੈਸਟੀਗੇਟ ਕੀਤਾ ਹੈ, ਆਪਦੀ ਫਾਈਲ ਮਜ਼ਬੂਤ ਕੀਤੀ ਹੈ, ਤਾਂ ਉਹ ਬੰਦਾ ਇੰਡੀਆ ਆਊਗਾ। ਫਿਰ ਅਸੀਂ ਕਹਿ ਸਕਦੇ ਹਾਂ ਕਿ ਹਾਂ ਤੁਸੀਂ ਬਹੁਤ ਕਮੈਂਡੇਬਲ ਕੰਮ ਕੀਤਾ। ਤੇ ਹੁਣ ਜੇ ਆਖਰ ਚ ਵਕੀਲ ਸਾਹਿਬ ਗੱਲ ਕਰ ਲਈਏ ਕਿ ਜਦੋਂ ਇਹ ਤਾਂ ਰਹਿ ਗਏ ਕਾਨੂੰਨੀ ਪਹਿਲੂ, ਇੱਕ ਹੁੰਦਾ ਕਿ ਜਦੋਂ ਬਗਾਨੇ ਮੁਲਕ ਦੀ ਗੱਲ ਹੁੰਦੀ ਹੈ ਜਾਂ ਕਹਿੰਦੇ ਹੁੰਦੇ ਆ ਵੀ ਸਟੇਟਸ ਦੀ ਗੱਲ ਹੁੰਦੀ ਆ, ਉੱਥੇ ਹੁੰਦਾ ਵੀ ਤੁਹਾਡੀ ਭਾਈਵਾਲਤਾ ਕਿਵੇਂ ਆ। ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਕਹਿੰਦੀਆਂ ਨੇ ਫਲਾਣੇ ਦੇਸ਼ ਨਾਲ ਸਾਡੀ ਬਹੁਤ ਵਧੀਆ ਹੈ, ਉੱਥੇ ਅਸੀਂ ਕੰਮ ਵੀ ਕਰ ਲਾਂਗੇ, ਉੱਥੋਂ ਅਸੀਂ ਅਪਰਾਧੀ ਨੂੰ ਵੀ ਚੱਕ ਲਿਆਵਾਂਗੇ। ਇੰਡੀਆ ਗਵਰਨਮੈਂਟ ਦਾ ਕਿੱਡਾ ਵੱਡਾ ਰੋਲ ਰਹੂਗਾ ਅਮਰੀਕਾ ਚੋਂ ਗੋਲਡੀ ਬਰਾੜ ਨੂੰ ਜੇ ਚੱਕ ਕੇ ਲਿਆਉਣਾ ਜਾਂ ਕਹੀਏ ਕਿ ਸਤਿੰਦਰਜੀਤ ਸਿੰਘ ਨੂੰ ਲੈ ਕੇ ਆਉਣਾ? ਸਰ ਪੂਰਾ ਰੋਲ ਹੀ ਉਹਨਾਂ ਦਾ ਹੈ, ਕਿਉਂਕਿ ਜਿਹੜੇ ਇੰਟਰ ਕੰਟਰੀ ਰਿਲੇਸ਼ਨਸ ਨੇ, ਜਿਹੜੀਆਂ ਐਕਸਟ੍ਰੈਡੀਸ਼ਨ ਟ੍ਰੀਟੀਜ਼ ਨੇ, ਉਹ ਕੋਈ ਸਟੇਟ ਟੂ ਸਟੇਟ, ਜਿਵੇਂ ਸਟੇਟ ਦਾ ਮੀਨਸ ਕਿ ਪ੍ਰਦੇਸ਼ਿਕ, ਜਿਵੇਂ ਆਪਣਾ ਪੰਜਾਬ ਹੈ, ਪੰਜਾਬ ਸੂਬਾ ਤੇ ਉਧਰੋਂ ਦੀ ਅਮਰੀਕਾ, ਆਪਾਂ ਇਹਨਾਂ ਦੋਨਾਂ ਨੂੰ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਕੋਈ ਰਿਲੇਸ਼ਨ ਹੈ। ਰਿਲੇਸ਼ਨ ਇੰਡੀਆ ਦਾ ਤੇ ਅਮਰੀਕਾ ਦਾ ਹੈ। ਉੱਥੇ ਜਿਹੜੀ ਕਾਰਵਾਈ ਚੱਲਣੀ ਹੈ ਉਹ ਇੰਡੀਅਨ ਗਵਰਨਮੈਂਟ ਦੀ ਤੇ ਉਹਨਾਂ ਦੀ ਚੱਲਣੀ ਹੈ। ਹਾਂ, ਸਪੋਰਟਿੰਗ ਰੋਲ ਪੰਜਾਬ ਗਵਰਨਮੈਂਟ ਦਾ ਰਹੇਗਾ। ਇਨਪੁਟਸ ਇਹਨਾਂ ਨੇ ਪ੍ਰੋਵਾਈਡ ਕਰਾਣੀ ਹੈ, ਡਾਕੂਮੈਂਟਸ ਇਹਨਾਂ ਨੇ ਪ੍ਰੋਵਾਈਡ ਕਰਾਣੇ ਹੈ, ਅੱਗੋਂ ਉਹਨਾਂ ਨੇ ਉੱਥੇ ਜਿਹੜਾ ਕੇਸ ਪ੍ਰੈਜ਼ੈਂਟ ਕਰਨਾ ਹੈ ਜਾਂ ਜਿਹੜੀ ਲੜਾਈ ਲੜਨੀ ਹੈ ਉਹ ਕੇਂਦਰ ਸਰਕਾਰ ਦੇ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਲੜਨੀ ਹੈ। ਸੋ ਇਹ ਰੋਲ ਇਸ ਤਰੀਕੇ ਦੇ ਨਾਲ ਬੜੇ ਡਿਵਾਈਡਡ ਨੇ, ਵੈਲ ਐਸਟੈਬਲਿਸ਼ਡ ਰੂਲਸ ਨੇ। ਬਟ ਆਪਾਂ ਇਹਦੇ ਚ ਡਿਨਾਈ ਨਹੀਂ ਕਰ ਸਕਦੇ, ਜੇ ਪੰਜਾਬ ਗਵਰਨਮੈਂਟ ਪੂਰਾ ਜ਼ੋਰ ਲਗਾ ਕੇ ਇਸ ਚੀਜ਼ ਦੇ ਪਿੱਛੇ ਲੱਗੇਗੀ ਤੇ ਉਹ ਸਤਿੰਦਰਜੀਤ ਸਿੰਘ ਇੰਡੀਆ ਆ ਸਕਦਾ। ਕੋਈ ਬਹੁਤ ਵੱਡਾ ਡਿਸਪਿਊਟ ਨਹੀਂ, ਟਾਈਮ ਜ਼ਰੂਰ ਲੱਗੂਗਾ ਇਸ ਚੀਜ਼ ਦੇ ਵਿੱਚ। ਆਪਾਂ ਇਹ ਨਹੀਂ ਉਮੀਦ ਕਰ ਸਕਦੇ ਵੀ ਅੱਜ ਉਹਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਡਿਟੇਨ ਹੋਇਆ ਤੇ ਸਵੇਰੇ ਉਹ ਆ ਗਿਆ। ਇਹ ਇਸ ਤਰ੍ਹਾਂ ਦਾ ਨਹੀਂ ਹੈ। ਇਹਦੇ ਚ ਅਰਾਊਂਡ 2-4 ਮਹੀਨੇ ਦਾ ਟਾਈਮ ਤਾਂ ਬੜੇ ਆਰਾਮ ਨਾਲ ਲੱਗ ਜਾਂਦਾ ਹੈ, ਸਾਲਾਂ ਦੇ ਸਾਲ ਵੀ ਲੱਗ ਜਾਂਦੇ ਕਈ ਵਾਰੀ, ਬਟ ਆ ਜਾਂਦੇ ਆ ਲੋਕ ਜੇ ਤੁਹਾਡੇ ਕੇਸ ਸਟਰੋਂਗ ਹੋਣ ਤਾਂ। ਇੱਕ ਹੁਣ ਇੰਨਾ ਕੁ ਵੀ ਦੱਸ ਦਿਓ ਵੀ ਜਦੋਂ ਇਹ ਇੰਨਾ ਤੁਸੀਂ ਕਾਨੂੰਨੀ ਪੇਚੀਦਾ ਇੰਨਾ ਸਮਝਾਇਆ, ਉਹ ਚੋਂ ਸਰਕਾਰਾਂ ਦੀ ਗੱਲ ਵੀ ਆ ਗਈ, ਪੁਲਿਸ ਦੀ ਵੀ ਆ ਗਈ, ਲਾਅ ਦੀ ਵੀ ਗੱਲ ਆ ਗਈ, ਗੋਲਡੀ ਬਰਾੜ ਜਾਂ ਕਹੀਏ ਸਤਿੰਦਰਜੀਤ ਸਿੰਘ ਦਾ ਵੀ ਕੈਨੇਡਾ ਤੋਂ ਟਰੈਵਲ ਕਰਕੇ ਅਮਰੀਕਾ ਜਾਣਾ
ਇਹੀ ਕਾਰਨ ਹੋ ਸਕਦਾ ਵੀ ਉਹਨੂੰ ਵੀ ਇਹ ਚੀਜ਼ਾਂ ਭਲੀ ਭਾਂਤੀ ਪਤਾ ਹੋਣੀਆਂ ਵੀ ਉੱਥੇ ਜਾ ਕੇ ਮੈਂ ਇੱਕ ਵਾਰੀ ਤਾਂ ਕਹਿ ਸਕਦੇ ਆ ਨਾ ਵੀ ਜੇਕਰ ਉੱਥੇ ਉਹ ਇਸ ਚੀਜ਼ 'ਚ ਕਾਮਯਾਬ ਹੋ ਜਾਂਦਾ ਆਪਦੇ ਸ਼ਾਤਰਪਣੇ 'ਚ ਕਿ ਮੈਂ ਨਹੀਂ ਹੈਗਾ ਤਾਂ ਇਟ ਮੀਨਸ ਉਹ ਕੱਲ ਨੂੰ ਉੱਥੇ ਬੜਾ ਖੁੱਲ੍ਹੇਆਮ ਘੁੰਮ ਸਕਦਾ। ਸਰ ਦੇਖੋ, ਇੱਕ ਬੰਦੇ ਨੇ ਵਾਂਟਿਡ ਹੈ ਇੰਡੀਆ ਦੇ ਵਿੱਚ, ਗੋਲਡੀ ਬਰਾੜ, ਠੀਕ ਹੈ ਜੀ। ਔਰ ਮੈਨੂੰ ਕੁਝ ਦਿਨ ਪਹਿਲਾਂ ਤੱਕ ਤਾਂ ਇਹ ਮੈਂ ਵੀ ਨਹੀਂ ਜਾਣਦਾ ਸੀਗਾ ਕਿ ਉਹਦਾ ਅਸਲ ਨਾਮ ਕੀ ਹੈ। ਸਤਿੰਦਰਜੀਤ ਸਿੰਘ ਜਿਹੜਾ ਹੈਗਾ ਉਹ ਪਤਾ ਚੱਲਿਆ। ਕੈਨੇਡਾ ਦੇ ਵਿੱਚ ਸਾਡਾ ਡਾਇਸਪੋਰਾ ਜਿਹੜਾ ਪੰਜਾਬ ਦਾ ਹੈਗਾ, ਪੰਜਾਬੀ ਕਮਿਊਨਿਟੀ ਅਰਾਊਂਡ 10 ਲੱਖ ਦੇ ਕਰੀਬ ਕੈਨੇਡਾ ਦੇ ਵਿੱਚ ਬੈਠਾ ਉੱਥੇ ਜੀ। ਉਹ ਉੱਥੇ ਸੈਂਟੀਮੈਂਟ ਬਹੁਤ ਡੀਪ ਹੈ ਲੋਕਾਂ ਦੇ ਵਿੱਚ, ਜਸਟਿਸ ਦੀ ਭਾਵਨਾ ਬਹੁਤ ਹੈ ਕਿ ਵੀ ਸਿੱਧੂ ਮੂਸੇਵਾਲਾ ਬਹੁਤ ਪਪੂਲਰ ਫਿਗਰ ਸੀਗਾ ਔਰ ਮੈਂ ਸੋਚਦਾ ਕਿ ਉੱਥੇ ਪੋਲੀਟੀਕਲ ਦਬਾਅ ਵੀ ਬਹੁਤ ਹੋਣਾ ਹੈ। ਤਾਂ ਇਸ ਕਰਕੇ ਹੋ ਸਕਦਾ ਹੈ ਉਹ ਜਿਹੜਾ ਗੋਲਡੀ ਬਰਾੜ ਹੈ ਉਹਨੇ ਕਿਸੇ ਚਾਲ ਦੇ ਤਹਿਤ ਹੀ ਮੂਵ ਕੀਤਾ ਹੋਵੇ, ਕੈਨੇਡਾ ਟੂ USA ਚਲਾ ਗਿਆ ਹੋਵੇ। ਐਜ਼ੰਪਸ਼ਨਸ ਨੇ ਬਟ ਲੌਜੀਕਲ ਲੱਗਦੀਆਂ ਨੇ, ਇਸ ਕਰਕੇ ਸਮਝਣੀਆਂ ਵੀ ਸੌਖੀਆਂ ਨੇ ਕਿ ਵੀ ਸਾਡਾ ਕੈਨੇਡਾ ਦੇ ਵਿੱਚ ਸਰਕਲ ਬਹੁਤ ਵਧੀਆ ਹੈ ਪੰਜਾਬ ਦਾ, ਅਮਰੀਕਾ ਦੇ ਵਿੱਚ ਵੀ ਹੈ, ਨੋ ਡਾਊਟ ਅਬਾਊਟ ਇਟ। ਬਟ ਇਟ ਆਲ ਕਮ ਡਾਊਨ ਟੂ ਪੁਆਇੰਟ 0 ਵੀ ਗੱਲ ਆ ਜਾਂਦੀ ਸਾਰੀ ਦੀ ਸਾਰੀ ਇਸ ਚੀਜ਼ ਦੇ ਉੱਤੇ ਕਿ ਫਾਈਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਿੰਨੀ ਸਟਰੋਂਗ ਹੈ। ਜੇ ਤੁਹਾਡੀ ਫਾਈਲ ਸਟਰੋਂਗ ਹੈ, ਜੇ ਤੁਹਾਡੇ ਡਾਕੂਮੈਂਟ ਸਟਰੋਂਗ ਨੇ, ਜੇ ਤੁਸੀਂ ਸਾਰੀ ਟ੍ਰੇਲ ਕਾਮਯਾਬੀ ਦੇ ਨਾਲ ਸ਼ੋਅ ਕਰ ਦਿੰਦੇ ਹੋ ਕਿ ਵੀ ਉਹ ਬੰਦੇ ਦੇ ਇੱਥੇ ਇੰਡੀਆ ਮੈਂ ਇੱਥੇ ਬੰਦਿਆਂ ਦੇ ਨਾਲ ਡਾਇਰੈਕਟ ਕੰਟੈਕਟ ਚੱਲ ਰਹੇ ਸੀਗੇ, ਇੱਥੋਂ ਪੈਸਾ ਆ ਰਿਹਾ ਸੀਗਾ, ਇੱਥੋਂ ਦੀ ਗਨਸ ਕਲੈਕਟ ਕਰਵਾ ਕੇ ਦਿੱਤੀਆਂ ਔਰ ਇਹ ਬੰਦਾ ਮਾਸਟਰਮਾਈਂਡ ਸੀਗਾ ਉੱਥੇ ਬੈਠਾ, ਤੇ ਫਿਰ ਕੋਈ ਤਾਕਤ ਨਹੀਂ ਹੈ ਜਿਹੜੀ ਉਹਨੂੰ ਰੋਕ ਸਕੇ। ਉਹਨੇ ਜਿਹੜਾ USA ਜਦੋਂ ਟਰੈਵਲ ਕੀਤਾ ਉਦੋਂ ਉਹਨੇ ਹੋ ਸਕਦਾ ਸਤਿੰਦਰਜੀਤ ਸਿੰਘ ਦੇ ਥੱਲੇ ਟਰੈਵਲ ਕੀਤਾ ਹੋਵੇ ਨਾਮ ਦੇ ਉੱਤੇ, ਕਿਉਂਕਿ ਅਸਲ 'ਚ ਤਾਂ ਉਹਦਾ ਨਾਮ ਸਤਿੰਦਰਜੀਤ ਸਿੰਘ ਹੀ ਹੈ। ਔਰ ਹੋ ਸਕਦਾ ਉਹ ਸਤਿੰਦਰਜੀਤ ਸਿੰਘ ਦੇ ਉੱਤੇ ਕੋਈ ਕੁਐਸਚਨ ਹੀ ਮਾਰਕ ਹੀ ਨਾ ਹੋਵੇ। ਸੋ ਇਹ ਗੱਲਾਂ ਤਾਂ ਜਿਹੜੀਆਂ ਨੇ ਜਦੋਂ ਬਾਹਰ ਆਏਗਾ ਜੀ ਡਾਕੂਮੈਂਟਰੀ, ਉਦੋਂ ਆਪਾਂ ਦੁਬਾਰਾ ਮਿਲ ਲਾਂਗੇ, ਦੁਬਾਰਾ ਸਾਰੀਆਂ ਗੱਲਾਂ ਡਿਸਕਸ ਕਰ ਲਾਂਗੇ, ਹੈ ਨਾ ਜੀ। ਬਿਲਕੁਲ, ਬਹੁਤ ਸਾਰੀ ਚੀਜ਼ਾਂ ਨੇ, ਕਈ ਇੱਕ ਸਿਰਫ ਉੱਥੇ ਇਹ ਖਬਰ ਆਉਣੇ ਦੇ ਨਾਲ ਕੰਮ ਨਹੀਂ ਚੱਲਣਾ। ਅੱਜ ਹੁਣ ਉਹ ਗੱਲ ਯਾਦ ਆਉਂਦੀ ਹੈ ਦੁਬਾਰੇ ਜਿਹੜੀ ਪਿਤਾ ਬਲਕੌਰ ਸਿੰਘ ਹੋਰਾਂ ਦੇ, ਸਿੱਧੂ ਮੂਸੇਵਾਲੇ ਦੇ ਪਿਤਾ ਦੀ ਜਿਹੜੀ ਗੱਲ ਬਾਰੀ-ਬਾਰੀ ਉਹਨਾਂ ਦੇ ਸ਼ੱਕ ਸ਼ੋਭਾ ਖੜੀ ਕਰਨੀ, ਉਹਨਾਂ ਦੇ ਵੱਲੋਂ ਬਾਰੀ-ਬਾਰੀ ਇਹ ਗੱਲ ਕਹਿਣਾ ਕਿ ਹਾਂ ਪੁਲਿਸ ਮੁਸਤੈਦੀ ਨਾਲ ਕੰਮ ਕਰੇ, ਜਿਹੜੀਆਂ ਕਈ ਚਿੰਤਾਵਾਂ ਉਹਨਾਂ ਨੇ ਜਤਾਈਆਂ ਉਹ ਚੀਜ਼ਾਂ ਕੰਮ ਕਰਨ, ਤਾਂ ਉਹ ਇਸੇ ਕਰਕੇ ਆ ਕਿਉਂਕਿ ਕਾਗਜ਼ੀ ਕਾਰਵਾਈ ਹੀ ਕੋਰਟਾਂ ਦੇ ਵਿੱਚ ਖੜਦੀ ਹੈ ਤੇ ਕਾਗਜ਼ੀ ਕਾਰਵਾਈ ਹੁਣ ਬਗਾਨੇ ਮੁਲਕ 'ਚ ਜਾ ਕੇ ਖੜੂਗੀ ਜਦੋਂ ਗੋਲਡੀ ਬਰਾੜ ਨੂੰ ਲੈ ਕੇ ਆਉਣਾ। ਤੇ ਇਹ ਉਹਦੀ ਕਾਨੂੰਨੀ ਜਿਹੜੇ ਕੇਸ ਸੀਗੇ ਕਿ ਦਾਅ ਪੇਚ ਨੇ ਜਿਹੜੇ ਆਖਰਕਾਰ ਬਹੁਤ ਹਜੇ ਕੋਸ਼ਿਸ਼ਾਂ ਤੇ ਨਾਲ ਇੱਕ ਮੁਸਤੈਦੀ ਨਾਲ ਕੰਮ ਕਰਨ ਦੀ ਲੋੜ ਹੈ, ਜਿਸ ਤੋਂ ਬਾਅਦ ਉਹਨੂੰ ਲਿਆਂਦਾ ਜਾ ਸਕਦਾ ਹੈ। ਇੰਨਾ ਸੌਖਾ ਹੈ ਨਹੀਂ ਕਿ ਉੱਥੇ ਪਹਿਲੀ ਗੱਲ ਤਾਂ ਉਹ ਗ੍ਰਿਫਤਾਰ ਨਹੀਂ ਕਰਿਆ, ਡਿਟੇਨ ਕਰਨ ਤੋਂ ਬਾਅਦ ਉਹਨੂੰ ਉੱਥੇ ਅਪਰਾਧੀ ਦੱਸ ਕੇ ਉੱਥੋਂ ਦੀ ਕੋਰਟਾਂ ਤੋਂ ਉਰੇ ਲੈ ਕੇ ਆਉਣਾ, ਕਹਿ ਸਕਦੇ ਆਂਗੇ ਕਿ ਇਹ ਵੀ ਇੱਕ ਬਹੁਤ ਮੁਸ਼ਕਿਲ ਘੜੀ ਹੈ। ਤੇ ਹੁਣ ਇਹ ਜ਼ਰੂਰ ਹੈ ਕਿ ਪੰਜਾਬ ਪੁਲਿਸ ਆਪਦੇ ਆਪ ਨੂੰ ਪ੍ਰੂਵ ਕਰ ਸਕਦੀ ਹੈ ਕਿ ਜਿਹੜੀ ਚੀਜ਼ ਉਹ ਲਗਾਤਾਰ ਕਹਿੰਦੀ ਆਈ ਹੈ, ਤਾਂ ਹੁਣ ਫਿਰ ਉਹਨੂੰ ਲਿਆਉਣ ਜਦੋਂ ਲੈ ਕੇ ਆਉਣਾ ਹੈ ਉਹ ਕਾਗਜ਼ੀ ਕਾਰਵਾਈ ਕਿੰਨੀ ਸਟਰੋਂਗਲੀ ਬਣਾ ਕੇ ਲੈ ਕੇ ਜਾਂਦੀ ਹੈ, ਇਹ ਚੀਜ਼ਾਂ ਦੇ ਉੱਤੇ ਬਹੁਤ ਮਾਇਨੇ ਰੱਖੂਗਾ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮੀਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।